ਸੰਗਤ ਜੀ, ਬਹੁਤ ਦਫਾ ਜਦੋਂ ਗੱਲਬਾਤ ਹੁੰਦੀ ਆ ਤਾਂ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ। ਆਪਾਂ ਗੱਲਬਾਤ ਦੇ ਵਿੱਚ ਜੋ ਵਰਤਦੇ ਆਪਾਂ ਕਹਿੰਦੇ ਆ ਦੁੱਖ ਸੁੱਖ, ਦਿਨ ਰਾਤ, ਗੁਰਮੁਖ ਮਨਮੁਖ, ਚੰਗਾ ਮਾੜਾ, ਚਿੱਟਾ ਕਾਲਾ। ਮਤਲਬ ਦੋ ਬਿਲਕੁਲ ਹੀ ਵਿਰੋਧੀ ਜਿਹੜੇ ਭਾਵ ਹੁੰਦੇ ਨੇ ਉਹ ਇਕੱਠੇ ਵਰਤੇ ਜਾਂਦੇ ਨੇ। ਇਸ ਤਰ੍ਹਾਂ ਹੀ ਸਾਡਾ ਜੀਵਨ ਹੈ। ਇੱਕ ਸਾਡਾ ਜੀਵਨ ਹੋ ਸਕਦਾ ਹੈ ਸੰਸਾਰਿਕ, ਇੱਕ ਸਾਡਾ ਹੋ ਸਕਦਾ ਹੈ ਪਰਮਾਰਥਿਕ। ਇੱਕ ਹੈ ਕਿ ਅਸੀਂ ਅਜੇ ਮਾਇਆ ਵੱਲੋਂ ਜਾਗੇ ਨਹੀਂ, ਇੱਕ ਹੈ ਕਿ ਅਸੀਂ ਮਾਇਆ ਤੋਂ ਸੁਚੇਤ ਹੋ ਗਏ ਹਾਂ। ਸੰਗਤ ਜੀ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਦਫਾ ਆਇਆ ਹੈ ਕਿ ਗੁਰੂ ਤੋਂ ਬਿਨਾਂ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਇਹ ਸਿਰਫ ਇਸ ਯੁੱਗ ਦੀ ਗੱਲ ਨਹੀਂ, ਕਿਸੇ ਵੀ ਯੁੱਗ ਦੇ ਵਿੱਚ ਜਦੋਂ ਜੀਵ ਦਾ ਮਿਲਾਪ ਹੋਣਾ ਤਾਂ ਉਹ ਗੁਰੂ ਦੇ ਰਾਹੀਂ ਹੀ ਹੋਣਾ। ਅਤੇ ਹੁਣ ਇਸ ਯੁੱਗ ਵਿੱਚ ਜਿਸ ਤਰ੍ਹਾਂ ਇਹ ਵੀ ਗੁਰਬਾਣੀ ਚਾਹੁੰਦਾ ਕਿ ਜੋ ਕਲਯੁੱਗ ਦਾ ਸਮਾਂ ਉਹ ਗੁਰੂ ਨਾਨਕ ਸਾਹਿਬ ਜੀ ਦੇ ਹਿੱਸੇ ਆਇਆ, ਔਰ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਅੱਜ ਵੀ ਉਪਦੇਸ਼ ਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ। ਸਾਨੂੰ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਗੁਰੂ ਗੋਬਿੰਦ ਸਿੰਘ ਜੀ ਰਾਹੀਂ। ਜਦੋਂ ਤੋਂ ਬਾਅਦ ਜੋ ਹੈ ਕਿ ਇਹ ਦੇਹ ਵਿੱਚ ਜੋ ਗੁਰੂ ਆ ਰਹੇ ਸੀ ਉਹ ਪ੍ਰਥਾ ਬੰਦ ਹੋ ਕੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ। ਔਰ ਇਹ ਸ਼ਬਦ ਗੁਰੂ ਯਕੀਨ ਜਾਣੋ ਕਿ ਸਾਡੀ ਜਿਹੜੀ ਜੀਵਨ ਦੀ ਰਹਿਣੀ ਬਹਿਣੀ ਆ ਉਹ ਬਦਲ ਦਿੰਦੇ ਨੇ, ਸਾਡੇ ਜੀਵਨ ਦੀ ਮਰਿਆਦਾ ਨੂੰ ਬਦਲ ਦਿੰਦੇ ਨੇ ਜਦੋਂ ਅਸੀਂ ਗੁਰੂ ਦੇ ਲੜ ਲੱਗ ਜਾਂਦੇ ਹਾਂ। ਇਹ ਇਸ ਕਰਕੇ ਨਹੀਂ ਮੈਂ ਕਹਿ ਰਹੀ ਕਿ ਮੈਂ ਕਿਸੇ ਦੀ ਸੁਣੀ ਸੁਣਾਈ ਗੱਲ ਕਰ ਰਹੀ ਹਾਂ, ਇਹ ਦਾਸੀ ਆਪਣੇ ਨਾਲ ਬੀਤੀ ਗੱਲ ਤੁਹਾਡੇ ਨਾਲ ਕਰ ਰਹੀ ਆ। ਕਾਫੀ ਦਫਾ ਜਦੋਂ ਦਾਸੀ ਨੇ ਇਹ ਕਈ ਆਡੀਓ ਬਣਾਈਆਂ ਨੇ ਉਹਨਾਂ ਵਿੱਚ ਥੋੜ੍ਹੀ ਕੋਈ ਗੱਲ ਕੀਤੀ ਆ। ਇਸ ਗੱਲ ਕਰਨ ਦਾ ਇਹੀ ਸਿਰਫ ਮਕਸਦ ਆ ਕਿ ਜਦੋਂ ਆਪਾਂ ਕਿਸੇ ਦੇ ਨਾਲ ਬੀਤੀ ਹੋਈ ਉਹਨਾਂ ਦੀ ਆਪ ਬੀਤੀ ਸੁਣਦੇ ਹਾਂ ਤਾਂ ਸਾਨੂੰ ਥੋੜ੍ਹਾ ਜ਼ਿਆਦਾ ਭਰੋਸਾ ਵੱਜਦਾ ਕਿ ਹਾਂ ਠੀਕ ਆ, ਹੋ ਸਕਦਾ ਠੀਕ ਜਾਂ ਠੀਕ ਵੀ ਆ। ਇਹ ਹਰ ਇੱਕ 'ਤੇ ਆਪਣੇ 'ਤੇ ਨਿਰਭਰ ਕਰਦਾ ਕਿ ਸਾਡਾ ਕਿੰਨਾ ਕੁ ਭਰੋਸਾ ਵੱਜਦਾ ਕਿਸੇ ਜੀਵ 'ਤੇ ਜੋ ਸਾਨੂੰ ਆਪਣੇ ਬਾਰੇ ਦੱਸ ਰਹੇ ਨੇ। ਯਕੀਨ ਜਾਣੋ ਕਿ ਪਾਤਸ਼ਾਹ ਪਰਮੇਸ਼ਰ ਗੁਰੂ ਸਾਹਿਬਾਨ ਜੋ ਵੀ ਮਿਹਰਮਤ ਕਰ ਰਹੇ ਨੇ, ਬਹੁਤ ਹੀ ਮਿਹਰਮਤ ਕਰ ਰਹੇ ਨੇ, ਬਹੁਤ ਹੀ ਮਿਹਰਮਤ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀਂ। ਉਹਨਾਂ ਨੇ ਹੀ ਮਿਹਰ ਕੀਤੀ ਕਿ ਦਾਸੀ ਸਹਿਜ ਪਾਠ ਕਰਨ ਲੱਗੀ। ਮਨ ਦੇ ਵਿੱਚ ਚਾਅ ਪੈਦਾ ਕੀਤਾ। ਸ਼ੁਰੂਆਤ ਸਭ ਤੋਂ ਪਹਿਲਾਂ ਹੋਈ ਮਸਕੀਨ ਜੀ ਦੀ ਕਥਾ ਸੁਣਨੀ ਸ਼ੁਰੂ ਕੀਤੀ। ਕਾਫੀ ਸੰਗਤ ਦੇ ਵਿੱਚ ਮਸਕੀਨ ਜੀ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ, ਪਰ ਕਾਫੀ ਸੰਗਤ ਇਸ ਤਰ੍ਹਾਂ ਵੀ ਹੈ ਜੋ ਮਸਕੀਨ ਜੀ ਦੇ ਨਾਲ ਸਹਿਮਤ ਨਹੀਂ ਹੁੰਦੀ। ਸਾਡਾ ਰਵੱਈਆ ਇੱਕ ਦਿਨ ਵਿੱਚ ਨਹੀਂ ਬਦਲਦਾ,
ਜਦੋਂ ਪਰਮੇਸ਼ਰ ਜੀ ਮਿਹਰ ਕਰਦੇ ਨੇ, ਹੌਲੀ ਹੌਲੀ ਸਾਡੇ ਅੰਦਰ ਸਹਿਜ ਆਉਣਾ ਸ਼ੁਰੂ ਹੁੰਦਾ। ਫਿਰ ਅਸੀਂ ਕਿਸੇ ਨੂੰ ਵੀ ਮਾੜਾ ਨਹੀਂ ਕਹਿਣਾ ਚਾਹੁੰਦੇ, ਕਿਉਂਕਿ ਅਸੀਂ ਸਾਰੇ ਜੋ ਸਾਨੂੰ ਪਰਮੇਸ਼ਰ ਜੀ ਵੱਲੋਂ ਹੁਕਮ ਹੈ ਉਹਦੇ ਵਿੱਚ ਰਹਿ ਕੇ ਹੀ ਕੰਮ ਕਰ ਰਹੇ ਹਾਂ। ਅਸੀਂ ਹੁਕਮ ਤੋਂ ਬਾਹਰ ਹੋ ਹੀ ਨਹੀਂ ਸਕਦੇ। ਫਿਰ ਗੁਰਬਾਣੀ ਦੇ ਵਿੱਚ ਕਿੰਨੀ ਜਗ੍ਹਾ 'ਤੇ ਆਉਂਦਾ ਵੀ ਕੋਈ ਸਿਆਣਾ ਨਹੀਂ, ਕੋਈ ਮੂਰਖ ਨਹੀਂ, ਸਾਰਾ ਉਹਦਾ ਭਾਣਾ ਵਰਤ ਰਿਹਾ। ਪਰ ਅਸੀਂ ਇਹ ਕਹਿ ਦਈਏ ਕਿ ਅਸੀਂ ਇੱਕ ਦਿਨ ਦੇ ਵਿੱਚ ਬਦਲ ਜਾਵਾਂਗੇ, ਕਿਸੇ ਨੂੰ ਮਾੜਾ ਕਹਿਣਾ ਛੱਡ ਦਾਂਗੇ, ਕਿਸੇ ਨੂੰ ਚੰਗਾ ਕਹਿਣਾ ਛੱਡ ਦਾਂਗੇ, ਨਹੀਂ। ਜਿਵੇਂ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬੈਠਦੇ ਹਾਂ, ਗੱਲਾਂ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਦੇ ਹਾਂ, ਹੌਲੀ ਹੌਲੀ ਸਾਡੇ 'ਚ ਰੰਗਤ ਆਉਂਦੀ ਜਾਂਦੀ ਆ, ਤਾਂ ਸਾਡੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਆ। ਇਹ ਇੱਕ ਦਿਨ ਦੀ ਗੱਲ ਨਹੀਂ, ਇਹ ਹਰ ਇੱਕ ਦੇ ਪੂਰਵਲੇ ਸੰਸਕਾਰਾਂ ਦੇ ਅਨੁਸਾਰ ਜਿਸ ਤਰ੍ਹਾਂ ਲਿਖਿਆ ਹੈ। ਪਰ ਯਕੀਨ ਜਾਣੋ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿਨ੍ਹਾਂ ਨੇ ਮੇਰਾ ਜੀਵਨ ਬਦਲ ਦਿੱਤਾ। ਮੈਂ ਇਹ ਕਹਿ ਦੇਵਾਂ ਕਿ ਮੈਨੂੰ ਮਨਮੁਖ ਤੋਂ ਗੁਰਮੁਖ ਬਣਾ ਦਿੱਤਾ, ਨਹੀਂ। ਇਹ ਤਾਂ ਆਪਣੇ ਮੂੰਹ ਤੋਂ ਆਪਣੀ ਸਿਫਤ ਕਰਨ ਵਾਲੀ ਗੱਲ ਹੋਈ ਨਾ, ਪਰ ਜੀਵਨ ਦੇ ਵਿੱਚ ਬਹੁਤ ਤਬਦੀਲੀ ਲੈ ਕੇ ਆਂਦੀ ਆ ਪਾਤਸ਼ਾਹ ਨੇ। ਉਹ ਇਸ ਤਰ੍ਹਾਂ, ਜਿਸ ਤਰ੍ਹਾਂ ਹੁਣ ਗੱਲ ਸ਼ੁਰੂ ਕੀਤੀ ਸੀ ਕਿ ਪਹਿਲਾਂ ਮਸਕੀਨ ਜੀ ਦੀ ਕਥਾ ਸੁਣਾਉਣੀ ਸ਼ੁਰੂ ਕੀਤੀ, ਫਿਰ ਨਾਮ ਜਪਵਾਉਣਾ ਸ਼ੁਰੂ ਕੀਤਾ, ਫਿਰ ਸਹਿਜ ਪਾਠ ਨਾਲ ਸ਼ੁਰੂ ਕਰਵਾ ਦਿੱਤੇ। ਸਹਿਜ ਪਾਠ ਜਦੋਂ ਵੀ ਹੋਏ ਅਰਥਾਂ ਸਮੇਤ ਹੋਏ। ਹੁਣ ਉਹਨਾਂ ਦੀ ਪਰਮੇਸ਼ਰ ਦੀ ਅਪਾਰ ਕਿਰਪਾ ਸਦਕਾ ਮੈਨੂੰ ਯਾਦ ਨਹੀਂ ਕਿ 6ਵੀਂ ਜਾਂ 7ਵੀਂ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਹੋ ਰਹੇ ਨੇ। ਕੁਛ ਪਾਤਸ਼ਾਹ ਨੇ ਇਸ ਤਰ੍ਹਾਂ ਦਾ ਪ੍ਰੇਮ ਪਾ ਦਿੱਤਾ ਕਿ ਮਨ ਵਿੱਚ ਚਾਅ ਰਹਿੰਦਾ ਹਰ ਵਕਤ ਹੀ ਕਿ ਇੱਥੋਂ ਬਾਣੀ ਪੜ੍ਹਾਂ, ਇੱਥੋਂ ਬਾਣੀ ਪੜ੍ਹਾਂ। ਪਹਿਲੀ ਵਾਰ 14 ਮਹੀਨਿਆਂ ਦੇ ਵਿੱਚ ਸਹਿਜ ਪਾਠ ਸੰਪੂਰਨ ਹੋਏ ਸੀ, ਫਿਰ 2.5 ਸਾਲ ਲੱਗੇ। ਉਹ ਤੋਂ ਬਾਅਦ ਹੁਣ ਮੈਨੂੰ ਯਾਦ ਨਹੀਂ ਕਿ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਕਿ ਦੇਖੀਏ ਬਾਣੀ ਦੇ ਵਿੱਚ ਹੋਰ ਕੀ ਪਾਤਸ਼ਾਹ ਕਹਿ ਰਹੇ ਨੇ, ਹੋਰ ਕੀ ਕਹਿ ਰਹੇ ਨੇ, ਕਿਉਂਕਿ ਇਹ ਤਾਂ ਅਥਾਹ ਸਮੁੰਦਰ ਹੈ ਗਿਆਨ ਦਾ, ਗੁਣਾਂ ਦਾ ਭੰਡਾਰੇ ਨੇ। ਕਦੇ ਇਸ ਤਰ੍ਹਾਂ ਨਹੀਂ ਹੋਊਗਾ ਕਿ ਸਾਨੂੰ ਹੋ ਗਿਆ ਕਿ ਹਾਂ ਅਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਲਿਆ। ਜੋ ਮੁੱਖ ਉਪਦੇਸ਼ ਹੈ ਉਹ ਤੋਂ ਪਾਤਸ਼ਾਹ ਨੇ ਦ੍ਰਿੜ ਕਰਵਾ ਦਿੱਤਾ ਕਿ ਨਾਮ ਜਪੋ, ਮੁੱਖ ਉਪਦੇਸ਼। ਬਾਕੀ ਫਿਰ ਉਸ ਉਪਦੇਸ਼ ਦੇ ਉੱਪਰ ਪਹਿਰਾ ਦਿੱਤਾ ਜਾ ਸਕੇ, ਨਾਲ ਸਹਾਇਕ ਜੋ ਕਹਿੰਦੇ ਨੇ ਨਾ ਕਿ ਮਤਲਬ ਹੋਰ ਸਾਰੀਆਂ ਚੀਜ਼ਾਂ ਵਿੱਚੋਂ ਆ ਰਹੀਆਂ ਨੇ ਕਿ ਵਿਕਾਰਾਂ ਤੋਂ ਕਿਸ ਤਰ੍ਹਾਂ ਛੁਟਕਾਰਾ ਹੋਏ, ਕਿਸ ਤਰ੍ਹਾਂ ਦਾ ਜੀਵਨ ਹੋਏ, ਅਤੇ ਉਹ ਸਾਰੀਆਂ ਚੀਜ਼ਾਂ ਜੋ ਨਾਮ ਦੇ ਦ੍ਰਿੜ ਰਹਿਣ ਦੇ ਲਈ ਮਦਦ ਕਰਦੀਆਂ ਨੇ। ਇਸ ਤਰ੍ਹਾਂ ਮੇਰੇ ਖਿਆਲ ਕਦੇ ਜ਼ਿੰਦਗੀ ਵਿੱਚ ਇੱਦਾਂ ਨਹੀਂ ਹੋਊਗਾ ਕਿ ਅਸੀਂ ਕਹਾਂਗੇ ਕਿ ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਾਰਾ ਮਤਲਬ ਸਮਝ ਲਿਆ, ਸਾਰਾ ਜਾਣ ਲਿਆ। ਕਦੇ ਵੀ ਇੱਦਾਂ ਨਹੀਂ ਹੋ ਕਿ ਅਥਾਹ ਸਮੁੰਦਰ ਆ। ਜਦੋਂ ਦੂਜੀ ਵਾਰ ਕਾਫੀ ਬਾਣੀ ਇੱਦਾਂ ਹੁੰਦਾ ਕਿ ਪਤਾ ਹੁੰਦਾ ਕਿ ਇਹ ਵਾਲੀ ਬਾਣੀ ਹੈਗੀ ਹੈ, ਜਾਂ ਆਪਾਂ ਜਿਹੜੇ ਸ਼ਬਦ ਸੁਣਦੇ ਆਏ ਹਾਂ ਸ਼ੁਰੂ ਤੋਂ, ਬਚਪਨ ਤੋਂ, ਪਰ ਕਾਫੀ ਬਾਣੀ ਇੱਦਾਂ ਹੁੰਦੀ ਹੈ ਜਿਹੜਾ ਲੱਗਦਾ ਕਿ ਪਤਾ ਨਹੀਂ ਪਹਿਲੀ ਵਾਰ ਪੜ੍ਹ ਰਹੇ ਹਾਂ। ਸਾਹਿਬ ਮੇਰਾ ਨੀਤ ਨਵਾਂ, ਨੀਤ ਨਵਾਂ। ਅਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਜੀਵਨ ਬਦਲਦੇ ਕਿਸ ਤਰ੍ਹਾਂ ਨੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਦੇ ਜਾਂਦੇ ਹਾਂ, ਨਾਮ ਜਪਦੇ ਜਾਂਦੇ ਹਾਂ, ਹੌਲੀ ਹੌਲੀ ਜਿਹੜਾ ਮਨ ਹੈਗਾ ਉਹ ਬਦਲਣਾ ਸ਼ੁਰੂ ਹੋ ਜਾਂਦਾ। ਮਨ ਹੀ ਹੈ ਜੋ ਸਾਰੀ ਗੱਲ ਹੀ ਮਨ ਦੀ ਹੈ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਜਦੋਂ ਮਨ ਸੋਧਿਆ ਗਿਆ ਫਿਰ ਸਿੱਧੀ ਮਿਲ ਜਾਣੀ ਆ। ਸਿੱਧੀ ਇੱਕ ਹੈ
ਜੋ ਅਸੀਂ ਸਿਰਫ ਸਾਨੂੰ ਉਸ ਸਿੱਧੀ ਦੀ ਖਾਹਿਸ਼ ਹੋਣੀ ਚਾਹੀਦੀ ਆ, ਉਹ ਹੈ ਪਰਮੇਸ਼ਰ ਦੀ ਅਨੁਭਵਤਾ। ਹੋਰ ਦੂਸਰੀਆਂ ਰਿੱਧੀਆਂ ਸਿੱਧੀਆਂ ਨਹੀਂ, ਉਹ ਪਰਮੇਸ਼ਰ ਨੂੰ ਮਿਲਣ ਦੇ ਰਸਤੇ 'ਚ ਰੁਕਾਵਟਾਂ ਬਣ ਜਾਂਦੀਆਂ ਨੇ। ਫਿਰ ਇਸ ਤਰ੍ਹਾਂ ਹੀ ਭਗਤ ਕਬੀਰ ਜੀ ਕਹਿੰਦੇ ਨੇ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਮਨ ਹੀ ਸਾਡਾ ਮਿੱਤਰ ਆ। ਜੇ ਇਹੀ ਸਮਝ ਗਿਆ, ਜੇ ਇਹ ਮਨ ਜਿਹੜੀਆਂ ਗਿਆਨ ਇੰਦਰੀਆਂ ਨੇ ਉਹਨਾਂ ਦੇ ਵਸ ਵਿੱਚ ਹੋਣ ਦੀ ਬਜਾਏ ਉਹਨਾਂ ਨੂੰ ਵਸ ਵਿੱਚ ਕਰ ਲਵੇ, ਬਸ ਫਿਰ ਮਨ ਸੁਧਰ ਗਿਆ, ਮਨ ਸਾਧਿਆ ਗਿਆ, ਮਨ ਚੰਚਲਤਾ ਛੱਡ ਗਿਆ। ਪਰ ਜਿਹੜਾ ਇਹ ਮਨ ਹੈ, ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਚ ਤਤ ਕੋ ਜੀਓ। ਇਹ ਮਨ ਲੈ ਜੋ ਉਨਮਨ ਰਹੇ, ਤੋ ਤੀਨ ਲੋਕ ਕੀ ਬਾਤਾਂ ਕਹੇ। ਵਾਹਿਗੁਰੂ ਜੀ। ਫਿਰ ਕਹਿੰਦੇ ਜਿਹੜਾ ਇਹ ਸਾਡਾ ਮਨ ਹੈਗਾ, ਇਹ 3 ਤਰ੍ਹਾਂ ਦਾ। ਇਹ ਮਨ ਕਹਿੰਦੇ ਸ਼ਕਤੀ, ਜਦੋਂ ਇਹ ਮਾਇਆ ਦੇ ਨਾਲ ਮਿਲ ਜਾਂਦਾ। ਫਿਰ ਹੈਗਾ ਇਹ ਮਨ ਸਿਓ। ਸਿਓ ਹੈਗਾ ਵੀ ਜਦੋਂ ਇਹ ਆਨੰਦ ਸਰੂਪ ਪਰਮੇਸ਼ਰ ਵਾਂਗ ਹੋ ਜਾਂਦਾ, ਜਦੋਂ ਇਹ ਗਿਆਨ ਇੰਦਰੀਆਂ ਨੂੰ ਵਸ ਵਿੱਚ ਕਰ ਲੈਂਦਾ। ਫਿਰ ਇਹ ਮਨ ਪੰਜ ਤੱਤ ਕੋ ਜੀਓ, ਜਦੋਂ ਇਹ ਸਰੀਰ ਰੂਪੀ ਜਿਹੜਾ 5 ਤੱਤਾਂ ਦਾ ਬਣਿਆ ਹੋਇਆ ਇਹਦੇ ਨਾਲ ਜੁੜ ਜਾਂਦਾ, ਫਿਰ ਇਹ ਸੰਸਾਰਿਕ ਭੋਗਾਂ ਦੇ ਵਿੱਚ ਖਚਿਤ ਹੋ ਜਾਂਦਾ। ਜਦੋਂ ਕਹਿੰਦੇ ਇਹੀ ਮਨੁੱਖ ਦਾ ਮਨ ਵਸ ਵਿੱਚ ਆ ਜਾਏ, ਫਿਰ ਇਹ ਪੂਰਨ ਖਿੜਾਓ ਵਿੱਚ ਆ ਜਾਂਦਾ। ਉਨਮਨ ਜਿਹੜਾ ਖਿੜਾਓ ਦੀ ਅਵਸਥਾ ਹੈ ਆਤਮਿਕ ਤੌਰ 'ਤੇ। ਫਿਰ ਇਹ ਕਹਿੰਦੇ 3 ਲੋਕਾਂ ਦੀਆਂ, ਜਿਹੜੇ 3 ਭਵਨ ਨੇ ਨਾ, ਉਹਨਾਂ ਵਿੱਚ ਜਿਹੜਾ ਵਿਆਪਕ ਪਰਮੇਸ਼ਰ ਆ, ਉਹਦੀਆਂ ਸਾਰੀਆਂ ਗੱਲਾਂ ਜਾਣ ਲੈਂਦਾ। ਇਹ ਜਿਹੜਾ ਮਨ ਦਾ ਸੋਧਿਆ ਜਾਣਾ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਹੌਲੀ ਹੌਲੀ ਰੰਗਤ ਦਾ ਅਸਰ, ਸੰਗਤ ਦਾ ਅਸਰ ਹੋਣਾ, ਰੰਗਤ ਆਉਣੀ ਜਾਂਦੀ ਆ। ਹੌਲੀ ਹੌਲੀ ਇਸ ਤਰ੍ਹਾਂ ਦੀ ਖੇਡ ਬਣਦੀ ਜਾਂਦੀ ਆ ਕਿ ਮਨ ਸਹਿਜ ਵਿੱਚ ਆਉਂਦਾ ਜਾਂਦਾ, ਜੀਵਨ ਦੇ ਵਿੱਚ ਤਬਦੀਲੀ ਆਉਂਦੀ ਜਾਂਦੀ ਆ। ਜੀਵ ਮਨਮੁਖ ਦੇ ਰਸਤੇ ਤੋਂ ਪਲਟ ਕੇ ਗੁਰਮੁਖ ਦੇ ਰਸਤੇ ਵੱਲ ਚੱਲਣਾ ਸ਼ੁਰੂ ਹੋ ਜਾਂਦਾ। ਫਿਰ ਹੌਲੀ ਹੌਲੀ ਜਿਸ ਤਰ੍ਹਾਂ ਗੁਰਬਾਣੀ ਕਹਿੰਦੀ ਆ, ਉਸ ਤਰ੍ਹਾਂ ਜੀਵਨ ਢਲਣਾ ਸ਼ੁਰੂ ਹੋ ਜਾਂਦਾ। ਦੁੱਖ ਸੁੱਖ ਆਇਆ ਤਾਂ ਫਿਰ ਦੁੱਖ ਸੁੱਖ ਬਾਰੇ ਜੋ ਬਾਣੀ ਹੈ, ਉਹਦੇ ਆਧਾਰ 'ਤੇ ਜੀਵ ਸੋਚਦਾ ਕਿ ਇਹ ਪਰਮੇਸ਼ਰ ਵੱਲੋਂ ਆ। ਫਿਰ ਪਰਮੇਸ਼ਰ ਦੀ ਰਜ਼ਾ ਬਾਰੇ ਸੋਚਦਾ ਕਿ ਪਾਤਸ਼ਾਹ ਨੇ ਕਿਹਾ ਰਜ਼ਾ ਮਿੱਠੀ ਲੱਗਣੀ ਚਾਹੀਦੀ ਆ। ਜੇ ਅਸੀਂ ਪਰਮੇਸ਼ਰ ਦੀ ਕੀਤੀ ਹੋਈ ਗੱਲ ਨੂੰ ਚੰਗੀ ਨਹੀਂ ਸਮਝਦੇ, ਅਸੀਂ ਗਿਲੇ ਸ਼ਿਕਵੇ ਕਰਦੇ ਹਾਂ, ਫਿਰ ਅਸੀਂ ਭਾਣਾ ਨਹੀਂ ਮੰਨ ਰਹੇ। ਜੇ ਸਾਨੂੰ ਕੋਈ ਦੁੱਖ ਮਿਲਿਆ, ਅਸੀਂ ਇਹ ਦੂਜਿਆਂ ਨੂੰ ਉਹ 'ਤੇ ਦੋਸ਼ ਦੇਣ ਦੀ ਬਜਾਏ ਗੁਰਬਾਣੀ ਦੇ ਅਨੁਸਾਰ ਕਿ ਦੱਦਾ ਦੋਸ਼ ਨਾ ਦੇਉ ਕਿਸੇ। ਇਸ ਤਰ੍ਹਾਂ ਜੀਵਨ ਦੇ ਵਿੱਚ ਜੋ ਘਟਨਾਵਾਂ ਹੁੰਦੀਆਂ ਨੇ, ਉਹਨਾਂ ਨੂੰ ਗੁਰਬਾਣੀ ਦੇ ਅਨੁਸਾਰ ਮੇਲ ਕੇ ਉਸ ਤਰ੍ਹਾਂ ਜੀਵਨ ਜੀਣ ਦਾ, ਜੀਵ ਦਾ ਜਿਹੜਾ ਹੁੰਦਾ, ਇਹ ਢੰਗ ਬਣ ਜਾਂਦਾ ਹੌਲੀ 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 ਹੌਲੀ। ਫਿਰ ਇਹਦੇ ਨਾਲ ਅੰਦਰ ਬੜੀ ਸ਼ਾਂਤੀ, ਸਹਿਜ, ਕਿ ਬਹੁਤਾ ਬਾਹਰ ਜਾਣ ਨੂੰ ਦਿਲ ਨਹੀਂ ਕਰਦਾ, ਬਹੁਤਾ ਕਿਸੇ ਨਾਲ ਗੱਲਾਂ ਕਰਨ ਨੂੰ ਦਿਲ ਨਹੀਂ ਕਰਦਾ। ਆਪਣੇ ਅੰਤਰ ਆਤਮੇ ਜਿੱਦਾਂ ਜੀਵ ਤ੍ਰਿਪਤ ਹੋ ਜਾਂਦਾ। ਉਹਨੂੰ ਲੱਗਦਾ ਕਿ ਉਹਦੀਆਂ ਸਾਰੀਆਂ ਸੰਸਾਰਿਕ ਲੋੜਾਂ ਪੂਰੀਆਂ ਹੋ ਗਈਆਂ, ਕਿਸੇ ਚੀਜ਼ ਦੀ ਹੁਣ ਲੋੜ ਨਹੀਂ ਰਹੀ, ਕੋਈ ਸੰਸਾਰਿਕ ਗੱਲਾਂ ਨਹੀਂ ਰਹਿ ਜਾਂਦੀਆਂ। ਜਿਸ ਤਰ੍ਹਾਂ ਅੱਗੇ ਹੁੰਦਾ ਸੀ ਕਿ ਕਿਸੇ ਨੂੰ ਫੋਨ ਕਰ ਲਓ, ਗੱਲ ਕਰ ਲਓ, ਕਿਸੇ ਨੂੰ ਮਿਲਣ ਚਲੇ ਜਾਓ, ਕੋਈ ਮਿਲਣ ਆ ਜਾਏ।
ਹੁਣ ਇਹ ਹੋ ਜਾਂਦਾ ਕਿ ਵੀ ਗੱਲ ਕੀ ਕਰਨੀ, ਗੱਲ ਤੇ ਕੋਈ ਹੈ ਹੀ ਨਹੀਂ। ਇਸ ਤਰ੍ਹਾਂ ਦੀ ਤਬਦੀਲੀ ਜੀਵਨ ਦੇ ਵਿੱਚ ਲਿਆ ਦਿੰਦੇ ਨੇ ਕਿ ਜੀਵਨ ਨੂੰ ਮਤਲਬ ਜੋ ਜੀਵਨ ਦਾ ਅਸਲੀ ਮਕਸਦ ਆ ਨਾ, ਉੱਥੇ ਲਿਆ ਕੇ ਖੜਾ ਕਰ ਦਿੰਦੇ ਨੇ। ਉਹ ਫਿਰ ਜੀਵਨ ਦੀ ਸਫਲਤਾ ਹੋ ਜਾਂਦੀ ਆ, ਜੋ ਮਨੁੱਖਾ ਜੀਵਨ ਦੀ ਆ। ਪਰ ਅਸੀਂ ਕਹਿ ਦਈਏ, ਜਿਸ ਤਰ੍ਹਾਂ ਭਗਤ ਕਬੀਰ ਜੀ ਨੂੰ ਕਿਸੇ ਨੇ ਕਿਹਾ ਸੀ ਕਿ ਤੁਹਾਡੀ ਪੱਗ ਵਿੱਚ ਦਾਗ ਤੇ ਨਹੀਂ, ਤਾਂ ਉਹਨਾਂ ਨੇ ਕਿਹਾ ਸੀ ਅਜੇ ਨਹੀਂ ਦੱਸ ਸਕਦੇ। ਜਿਸ ਤਰ੍ਹਾਂ ਉਹਨਾਂ ਦਾ ਆਖਰੀ ਦਿਨ ਸੀ, ਫਿਰ ਉਹਨਾਂ ਨੇ ਕਿਹਾ ਕਿ ਹੁਣ ਕਹਿ ਸਕਦੇ ਹਾਂ। ਅਜੇ ਕਿ ਨਾਵ ਕਹਿੰਦੇ ਸਮੁੰਦਰ 'ਚ, ਕੀ ਪਤਾ ਕੀ ਹੋ ਜਾਏ। ਅਸੀਂ ਕਹਿ ਨਹੀਂ ਸਕਦੇ ਸਾਡੇ ਜੀਵਨ ਦੇ ਵਿੱਚ। ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਲੜ ਲਾ ਕੇ, ਪਰਮੇਸ਼ਰ ਜੀ ਨੇ ਬਖਸ਼ਿਸ਼ ਕੀਤੀ ਕਿ ਸਾਡਾ ਜੀਵਨ ਬਦਲ ਗਿਆ ਕੁਛ ਹੱਦ ਤੱਕ। ਪਰ ਇਹਦਾ ਕੋਈ ਹੰਕਾਰ ਨਹੀਂ, ਇਹਦੇ ਕੋਈ ਸਾਡਾ ਜਿੱਦਾਂ ਇਹ ਨਹੀਂ ਗਾ ਕਿ ਵੀ ਹਾਂ ਅਸੀਂ ਇਹ ਕਰ ਹੀ ਲਿਆ। ਕੀ ਪਤਾ ਜ਼ਿੰਦਗੀ ਦੇ ਵਿੱਚ ਕੀ ਹੋ ਜਾਏ, ਕੁਛ ਨਹੀਂ ਕਹਿ ਸਕਦੇ। ਪਰ ਪਾਤਸ਼ਾਹ ਦਾ ਸ਼ੁਕਰਾਨਾ 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 ਕਿ ਪਾਤਸ਼ਾਹ ਆਪ ਨੇ ਜੋ ਦਾਤਾਂ ਦਿੱਤੀਆਂ ਨੇ, ਕਦੇ ਧੰਨਵਾਦ ਨਹੀਂ ਕਰ ਸਕਦੇ ਨਿਮਾਣੇ ਜੀਵ। ਵਾਰ-ਵਾਰ ਇਹੀ ਸਾਂਝ ਪਾਉਂਦੇ ਆ ਕਿ ਇਹ ਗੱਲਾਂ ਸੁਣ ਕੇ ਸ਼ਾਇਦ ਕਿਸੇ ਹੋਰ ਜੀਵ ਦੇ ਮਨ ਨੂੰ ਇਹ ਗੱਲ ਚੰਗੀ ਲੱਗ ਜਾਏ, ਮਨ ਵਿੱਚ ਉਤਸ਼ਾਹ ਆ ਜਾਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਬਾਣੀ ਪੜ੍ਹੀਏ, ਬਾਣੀ ਸੁਣੀਏ, ਨਾਮ ਜਪੀਏ, ਕਿ ਸਾਡੇ ਮਨ ਨੂੰ ਵੀ ਸ਼ਾਂਤੀ ਆਉਣ ਦੀ ਸੰਭਾਵਨਾ ਬਣ ਜਾਏ, ਪਾਤਸ਼ਾਹ ਦੀ ਮਿਹਰ ਹੋ ਜਾਏ। ਬਸ ਇਹੀ ਇੱਕ ਮਕਸਦ ਹੁੰਦਾ, ਹੋਰ ਕੋਈ ਮਕਸਦ ਨਹੀਂ ਹੈ। ਕਿ ਪਾਤਸ਼ਾਹ ਨੇ ਕਿਹਾ ਕਿ ਆਪ ਜਪੇ ਅਵਰਾ ਨਾਮ ਜਪਾਵੇ। ਪਾਤਸ਼ਾਹ ਹੀ ਕਹਿੰਦੇ ਨੇ ਕਿ ਬਾਣੀ ਸੁਣੋ, ਪੜੋ, ਨਾਮ ਜਪੋ, ਜਪਾਓ, ਪ੍ਰੇਰਨਾ ਦੂਸਰੇ ਨੂੰ ਵੀ ਦਿਓ, ਉਪਕਾਰ ਦੀ ਭਾਵਨਾ ਆ ਜਾਏ। ਪਰਮੇਸ਼ਰ ਹੀ ਕਰਵਾਉਂਦੇ ਨੇ, ਜੀਵ ਕੁਛ ਨਹੀਂ ਕਰ ਸਕਦਾ। ਉਸ ਸੱਚੇ ਦਾ, ਡਾਢੇ ਦਾ ਕੋਟਾਨ ਕੋਟ ਧੰਨਵਾਦ, ਕੋਟਾਨ ਕੋਟ ਧੰਨਵਾਦ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਦਾਸੀ ਦੀਆਂ ਜੋ ਬਹੁਤ ਜ਼ਿਆਦਾ ਭੁੱਲਾਂ ਚੁੱਕਾਂ ਹੋਈਆਂ ਨੇ, ਝੋਲੀ ਪਾਉਣੀਆਂ ਜੀ। ਪਾਤਸ਼ਾਹ ਦਾ ਉਪਦੇਸ਼ ਮਨ 'ਤੇ ਵਸਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।